हाँ जी प्यारे साथियों, सत श्री अकाल सारिਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ ਤੇ ਆਪਾਂ 6ਵੀਂ ਕਲਾਸ ਦੀ ਜਿਹੜੀ ਪੋਲੀਟੀਕਲ ਆ ਉਹ ਕਰਨ ਜਾ ਰਹੇ ਹਾਂ। ਠੀਕ ਆ, ਪੰਜਾਬ ਬੋਰਡ ਦੇ ਅਕੋਰਡਿੰਗ ਵੀ ਐਨਾਲਿਸਿਸ ਕਰਾਂਗੇ ਤੇ ਐਨਸੀਈਆਰਟੀ ਤੇ ਆਪਾਂ ਕਰਨੀ ਹੀ ਕਰਨੀ ਆ। ਜਦੋਂ ਆਪਾਂ ਗੱਲ ਕਰਦੇ ਆ ਮੈਂ ਥੋੜਾ ਫਾਸਟ ਚੱਲੂੰਗੀ ਕਿਉਂਕਿ ਮੇਰੀ ਕੋਸ਼ਿਸ਼ ਇਹ ਆ, ਵੈਸੇ ਜਿਹੜੀ 6ਵੀਂ ਕਲਾਸ ਦੀ ਪੋਲੀਟੀਕਲ ਆ ਇਹਦੇ ਵਿੱਚੋਂ ਆਪਾਂ ਇੰਪੋਰਟੈਂਟ ਪੁਆਇੰਟ ਹੀ ਚੱਕਣੇ ਆ ਜਿਹੜੇ ਕਿ ਆਪਣੇ ਲਈ ਇੰਪੋਰਟੈਂਟ, ਕਿਉਂਕਿ ਇਹ ਤਾਂ ਹੈ ਨਹੀਂ ਵੀ ਆਪਣੇ ਕੱਲੀ ਲਾਈਨ ਜਿਹੜੀ ਆਪਾਂ ਪੜ੍ਹੀ ਜਾਈਏ ਤੇ ਆਪਾਂ ਟਾਈਮ ਵੇਸਟ ਕਰੀਏ। ਆਪਾਂ ਜ਼ਰੂਰੀ ਪੁਆਇੰਟ ਜਿਹੜੇ ਉਹ ਆਪਾਂ ਚੱਕ ਲੈਣੇ। ਜਦੋਂ ਆਪਾਂ ਐਨਸੀਈਆਰਟੀ ਦੀ ਗੱਲ ਕਰਦੇ ਆ ਤੇ ਇਹਦੇ ਵਿੱਚ ਇਹਨਾਂ ਨੇ 6ਵੀਂ ਕਲਾਸ ਦੀ ਜਿਹੜੀ ਪੋਲੀਟੀਕਲ ਆ ਇਹਦੇ ਵਿੱਚ ਇਹਨਾਂ ਨੇ ਟੋਟਲ 9 ਚੈਪਟਰ ਦਿੱਤੇ ਆ। ਠੀਕ ਆ, 9 ਚੈਪਟਰ ਦਿੱਤੇ ਆ। ਠੀਕ ਆ, ਤੇ ਜਦੋਂ ਆਪਾਂ ਪੰਜਾਬ ਬੋਰਡ ਦੀ ਗੱਲ ਕਰਦੇ ਆ ਇਹਨਾਂ ਨੇ ਦਿੱਤੇ ਆ ਸਿਰਫ 4 ਚੈਪਟਰ। ਜਿਹੜਾ ਡਾਟਾ ਇਹਨਾਂ ਨੇ 9 ਪਾਠਾਂ ਦੇ ਵਿੱਚ ਕਵਰ ਕੀਤਾ, ਇਹਨਾਂ ਨੇ 4 ਪਾਠਾਂ ਦੇ ਵਿੱਚ ਕਵਰ ਕਰਤਾ। ਇਹਨਾਂ ਨੇ ਸਾਰਾ ਕੁਝ ਹੀ, ਜਿੱਦਾਂ ਮੈਂ ਤੁਹਾਨੂੰ ਦੱਸਦੀ ਨਹੀਂ, ਵਿੱਚੇ ਸਾਰਾ ਕੁਝ ਦੇਤਾ ਇਹਨਾਂ ਨੇ। ਤੇ ਉਹ ਧਰਤੀ ਵਾਲੇ ਕਨਸੈਪਟ ਦੇ ਵਿੱਚ ਜਿਓਗ੍ਰਾਫੀ ਬੁੱਕ 'ਚ ਵਿੱਚ ਇਹਨਾਂ ਨੇ ਮਿੱਟੀਆਂ ਵਾਲਾ ਕਨਸੈਪਟ ਦੇਤਾ। ਉਹੀ ਕੰਮ ਇਹਨਾਂ ਨੇ ਇੱਥੇ ਕੀਤਾ। ਤੇ ਇੱਕ ਪੁਆਇੰਟ ਤੁਸੀਂ ਯਾਦ ਰੱਖਣਾ ਵਾ, NCF 2005 ਨੇ, ਨੈਸ਼ਨਲ ਕਰਿਕੂਲਮ ਫਰੇਮਵਰਕ 2005 ਨੇ ਜਿਹੜਾ ਸਵਿਕਸ ਸ਼ਬਦ ਆਪਾਂ ਨਾਗਰਿਕ ਸ਼ਾਸਤਰ ਲਈ ਯੂਜ਼ ਕਰਦੇ ਆ ਇਹ ਇਹਨਾਂ ਨੇ ਹਟਾਤਾ ਵਾ। ਇਹ ਪੁਆਇੰਟ ਵੀ ਤੁਸੀਂ ਨੇ ਯਾਦ ਰੱਖਣਾ ਵਾ। ਠੀਕ ਆ, ਜਦੋਂ ਆਪਾਂ ਗੱਲ ਕਰਦੇ ਆ ਆਪਾਂ ਇੱਕ ਵਾਰੀ ਇਹਨਾਂ ਦੇ ਚੈਪਟਰ ਪੜ੍ਹ ਲੈਂਦੇ ਆ। ਠੀਕ ਆ, ਇਹਨਾਂ ਨੇ ਪਹਿਲਾ ਚੈਪਟਰ ਦਿੱਤਾ ਵਾ। ਪਹਿਲਾ ਚੈਪਟਰ ਜਿਹੜਾ ਇਹਨਾਂ ਨੇ ਦਿੱਤਾ ਵਾ ਵਿਵਿਧਤਾ ਕੀ ਸਮਝ, ਯਾਨੀ ਕਿ ਭਿੰਨਤਾ ਦੀ ਸਮਝ। ਬੱਚੇ ਨੂੰ ਪਹਿਲਾਂ ਦੱਸਣਗੇ ਵੀ ਵਿਭਿੰਨਤਾ ਕੀ ਹੁੰਦੀ, ਬੱਚੇ ਨੂੰ ਸਮਝ ਬਣਾਉਣਗੇ ਉਸ ਚੀਜ਼ ਦੀ ਵਿਭਿੰਨਤਾ ਐਵਮ ਭੇਦਭਾਵ, ਯਾਨੀ ਕਿ ਵਿਭਿੰਨਤਾ ਤੇ ਭੇਦਭਾਵ ਜਿਹੜੇ ਆ ਉਹਨਾਂ ਬਾਰੇ ਬੱਚੇ ਨੂੰ ਜਾਣੂ ਕਰਾਉਣਗੇ। ਫਿਰ ਇਹਨਾਂ ਨੇ ਕਿਹਾ ਤੀਜਾ ਚੈਪਟਰ ਸਰਕਾਰ ਕਿਆ ਹੈ, ਯਾਨੀ ਕਿ ਸਰਕਾਰ ਕੀ ਹੈ ਉਹਦੇ ਬਾਰੇ ਬੱਚੇ ਨੂੰ ਸਮਝ ਆਊਗੀ। ਲੋਕਤੰਤਰਿਕ ਸਰਕਾਰ ਕੇ ਮੁੱਖ ਤੱਤ, ਕਿ ਲੋਕਤੰਤਰ ਸਰਕਾਰ ਜਿਹੜੀ ਉਹ ਕੀ ਹੁੰਦੀ ਹੈ ਉਹਦੇ ਬਾਰੇ। ਫਿਰ ਇਹਨੇ ਦਿੱਤਾ ਪੰਜਵਾਂ ਚੈਪਟਰ ਪੰਚਾਇਤੀ ਰਾਜ। ਫਿਰ ਇਹਨੇ ਦਿੱਤਾ ਵਾ ਗਾਂਵ ਕਾ ਪ੍ਰਸ਼ਾਸਨ, ਯਾਨੀ ਕਿ ਪਿੰਡ ਦਾ ਪ੍ਰਸ਼ਾਸਨ। ਫਿਰ ਇਹਨੇ ਦਿੱਤਾ ਵਾ ਨਗਰ ਪ੍ਰਸ਼ਾਸਨ, ਯਾਨੀ ਕਿ ਸ਼ਹਿਰ ਦਾ ਪ੍ਰਸ਼ਾਸਨ। ਫਿਰ ਇਹਨਾਂ ਨੇ ਦਿੱਤਾ ਵਾ ਗ੍ਰਾਮੀਣ ਖੇਤਰ ਮੇਂ ਆਜੀਵਿਕਾ, ਯਾਨੀ ਕਿ ਪਿੰਡ ਪੱਧਰ ਤੇ ਰੋਜੀ ਰੋਟੀ ਦੇ ਜਿਹੜੇ ਸਾਧਨ ਉਹ, ਤੇ ਸ਼ਹਿਰੀ ਪੱਧਰ ਤੇ ਰੋਜੀ ਰੋਟੀ ਦੇ ਸਾਧਨ। ਯਾਨੀ ਕਿ 9 ਚੈਪਟਰ ਜਿਹੜੇ ਇਹਨਾਂ ਨੇ ਦਿੱਤੇ ਆ, ਗ੍ਰਾਮੀਣ ਖੇਤਰ ਮੇਂ ਆਜੀਵਿਕਾ, ਸ਼ਹਿਰੀ ਖੇਤਰ ਮੇਂ ਆਜੀਵਿਕਾ। ਠੀਕ ਆ, ਟੋਟਲ 9 ਚੈਪਟਰ। ਤੇ ਕਿੰਨਾ ਚੈਪਟਰਾਂ ਨੂੰ ਪੜ੍ਹ ਕੇ ਹੀ ਪਤਾ ਲੱਗਦਾ ਵਾ ਕਿ ਬੱਚੇ ਦੀ ਸਮਝ ਕਿੰਨੇ ਸੋਹਣੇ ਤਰੀਕੇ ਦੇ ਨਾਲ ਬਣੂਗੀ। ਪਰ ਜਦੋਂ ਅਸੀਂ ਵੇਖੋ ਆ ਸਭ ਤੋਂ ਨੀਚੇ ਦੇਖੋ, ਇਹਨਾਂ ਨੇ ਸਿਰਫ 4 ਚੈਪਟਰ ਦਿੱਤੇ ਆ। ਪਹਿਲਾ ਚੈਪਟਰ ਇਹਨੇ ਦਿੱਤਾ ਵਾ ਸਮੁਦਾਇ ਅਤੇ ਮਨੁੱਖੀ ਲੋੜਾਂ, ਪੇਂਡੂ ਵਿਕਾਸ ਤੇ ਸਥਾਨਕ ਸਰਕਾਰ, ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ, ਸਰਵਜਨਕ ਸੰਪत्ति ਦੀ ਸੰਭਾਲ। ਠੀਕ ਆ, ਤੇ ਸਭ ਤੋਂ ਪਹਿਲਾਂ ਆਪਾਂ NCERT ਤੇ ਫੋਕਸ ਕਰਦੇ ਆ। ਠੀਕ ਆ, ਜਿਹੜਾ ਇਹਨਾਂ ਨੇ ਪਹਿਲਾ ਚੈਪਟਰ ਦਿੱਤਾ ਨਾ, ਠੀਕ ਆ, ਪਹਿਲਾ ਚੈਪਟਰ ਜਿਹੜਾ ਇਹਨਾਂ ਦਾ NCERT ਦਾ 6ਵੀਂ ਕਲਾਸ ਦਾ ਆਪਾਂ ਕਰਦੇ ਆ। ਠੀਕ ਆ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਜਿਹੜੀ 6ਵੀਂ ਕਲਾਸ ਦੀ ਪੋਲੀਟੀਕਲ ਆ ਨਾ, ਇਹਨਾਂ ਨੇ NCERT ਨੇ ਮੇਨ ਫੋਕਸ ਕਿਹਦੇ ਤੇ ਕੀਤਾ, ਮਤਲਬ ਜਿਹੜਾ ਇਹਨਾਂ ਨੇ ਸ਼ਬਦ ਯੂਜ਼ ਕਰਨੇ ਆ, ਇਹਨਾਂ ਨੇ ਬੱਚੇ ਨੂੰ ਫੀਮੇਲ ਮੰਨ ਕੇ ਸ਼ਬਦ ਯੂਜ਼ ਕਰਨੇ ਆ। ਬੱਚੇ ਨੂੰ ਫੀਮੇਲ ਤੌਰ ਤੇ ਲੈਣਾ ਇਹਨਾਂ ਨੇ, ਨਾ ਕਿ ਮੇਲ ਤੌਰ ਤੇ, ਯਾਨੀ ਕਿ ਲੜਕੀਆਂ ਨੂੰ ਅਹਿਮੀਅਤ ਦੇਣੀ, ਲੜਕੀਆਂ ਨੂੰ। ਠੀਕ ਆ, ਏਦਾਂ ਕਿਉਂ ਕੀਤਾ? ਕਿਉਂਕਿ NCERT ਦੀ ਬੁੱਕ ਆ ਨਾ, NCERT ਦੀ ਬੁੱਕ ਆ, ਹਰ ਇੱਕ ਸਟੇਟ ਦੇ ਵਿੱਚ ਇਹ ਬੁੱਕ ਚੱਲਦੀ ਆ। ਆਪਣੇ ਪੰਜਾਬ ਤੋਂ ਇਲਾਵਾ ਹਰ ਇੱਕ ਸਟੇਟ ਦੇ ਵਿੱਚ ਇਹ ਬੁੱਕ ਚੱਲਦੀ ਆ। ਤੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਆਪਾਂ ਦੂਜੀਆਂ ਸਟੇਟਾਂ 'ਚ ਜਾਂਦੇ, ਇੱਧਰ ਤਾਮਿਲਨਾਡੂ, ਮਿਜ਼ੋਰਮ, ਮਣੀਪੁਰ, ਉੱਤਰ ਪ੍ਰਦੇਸ਼, ਜਿੰਨੀਆਂ ਵੀ ਸਭ ਕਾਸੇ ਥਾਂ ਇਹ ਬੁੱਕ ਚੱਲਦੀ ਆ। ਤੇ ਉਹ ਲੜਕੀਆਂ ਦੀ ਐਜੂਕੇਸ਼ਨ ਜਿਹੜੀ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਠੀਕ ਆ, ਉਹਨਾਂ ਨੇ ਜ਼ਿਆਦਾਤਰ ਸ਼ਬਦ ਜਿਹੜੇ ਆ ਫੀਮੇਲ ਲਈ ਵਰਤੇ ਆ। ਜਦੋਂ ਮੈਂ ਚੈਪਟਰ ਰੀਡ ਕਰੂੰਗੀ ਤੁਹਾਨੂੰ ਸਮਝ ਆ ਜਾਊਗੀ। ਠੀਕ ਆ, ਜਦੋਂ ਅਸੀਂ ਪਹਿਲੇ ਚੈਪਟਰ ਦੀ ਗੱਲ ਕਰਦੇ ਹਾਂ, ਜਿਹੜਾ ਇਹਨਾਂ ਨੇ ਦਿੱਤਾ ਵਾ, ਠੀਕ ਆ, ਏਦਾਂ ਕਰਕੇ ਇਹਨਾਂ ਨੇ ਲਿਖਿਆ ਵਾ ਵਿਭਿੰਨਤਾ ਦੀ ਸਮਝ। ਠੀਕ ਆ, ਵਿਭਿੰਨਤਾ ਕੀ ਸਮਝ ਆ। ਠੀਕ ਆ, ਇਹਦੇ ਵਿੱਚ ਪਤਾ ਕੀ ਕੀਤਾ ਇਹਨਾਂ ਨੇ, ਇੱਕ ਹੈਗਾ ਵਾ ਪੋਇਲੀ ਸੇਨ ਗੁਪਤਾ, ਤੁਸੀਂ ਨਾਮ ਯਾਦ ਰੱਖਣਾ। ਠੀਕ ਆ, ਪੋਇਲੀ ਸੇਨ ਗੁਪਤਾ। ਠੀਕ ਆ, ਪੋਇਲੀ ਸੇਨ ਗੁਪਤਾ। ਠੀਕ ਆ, ਮੈਂ ਪੂਰੇ ਚੈਪਟਰ ਦੀਆਂ ਪਿਕਚਰ ਜਿਹੜੀਆਂ ਟੈਲੀਗ੍ਰਾਮ ਤੇ ਸੈਂਡ ਕਰ ਦੂੰਗੀ, ਤੁਸੀਂ ਖੁਦ ਕਹਾਣੀ ਪੜ੍ਹ ਲੈਣਾ। ਇਸ ਚੈਪਟਰ ਦੇ ਵਿੱਚ ਇਹਨਾਂ ਨੇ ਇੱਕ ਪੋਇਲੀ ਸੇਨ ਗੁਪਤਾ ਦੀ ਕਹਾਣੀ ਦਿੱਤੀ ਆ। ਪੋਇਲੀ ਸੇਨ ਗੁਪਤਾ ਦੀ ਬੁੱਕ ਆ ਦਾ ਲਾਈਟ ਚੇਂਜਡ, ਦਾ ਲਾਈਟ ਚੇਂਜਡ, ਇਹਦੀ ਬੁੱਕ ਦਾ ਨਾਮ ਆ। ਇਸ ਬੁੱਕ ਦੇ ਵਿੱਚ ਇਹਨੇ ਇੱਕ ਕਹਾਣੀ ਦਿੱਤੀ ਆ, ਸਮੀਰ 1 ਤੇ ਸਮੀਰ 2, ਯਾਨੀ ਕਿ ਇਹਦੇ ਵਿੱਚ ਜਿਹੜਾ ਇੱਕ ਸਮੀਰ ਆ, ਜਿਹੜਾ ਪਹਿਲਾ ਸਮੀਰ ਆ ਉਹ ਗਰੀਬ ਆ,
ठीक है। ਜਿਹੜਾ ਦੂਜਾ ਸਮੀਰ ਆ ਉਹ ਅਮੀਰ ਆ। ਇਹਦੇ ਵਿੱਚ ਜਿਹੜਾ ਪਹਿਲਾ ਗਰੀਬ ਆ ਉਹ ਹਿੰਦੂ ਧਰਮ ਦਾ ਵਾ ਤੇ ਇਹਦੇ ਵਿੱਚ ਜਿਹੜਾ ਦੂਜਾ ਗਰੀਬ ਆ ਉਹ ਮੁਸਲਿਮ ਧਰਮ ਦਾ ਵਾ। ਜਿਹਦੇ ਮੁਕਾਬਲੇ ਜੇ ਇੱਕ ਸਮੀਰ ਜਿਹੜਾ ਵਾ ਉਹ ਸਕੂਲ ਜਾਂਦਾ ਵਾ ਤੇ ਦੂਜਾ ਸਮੀਰ ਜਿਹੜਾ ਵਾ ਉਹ ਕਦੀ ਸਕੂਲ ਗਿਆ ਹੀ ਨਹੀਂ। ਇਹ ਕਹਾਣੀ ਆ। ਇਹ ਕਹਾਣੀ ਕੀ ਆ ਵੀ ਜਿਹੜਾ ਇੱਕ ਗਰੀਬ ਸਮੀਰ ਆ ਉਹ ਚੌਂਕ ਤੇ ਅਖਬਾਰ ਵੇਚਦਾ ਵਾ ਤੇ ਦੂਜਾ ਸਮੀਰ ਉਧਰ ਦੀ ਕ੍ਰਾਸ ਕਰ ਰਿਹਾ ਹੁੰਦਾ ਵਾ, ਉਹਨੂੰ ਅਖਬਾਰ ਫੜਾਉਂਦਾ ਵਾ ਤੇ ਹੌਲੀ ਹੌਲੀ ਦੋਵਾਂ ਦੇ ਵਿੱਚ ਦੋਸਤੀ ਹੋ ਜਾਂਦੀ ਆ। ਠੀਕ ਆ। ਇੱਕ ਨੂੰ ਅੰਗਰੇਜ਼ੀ ਬੜੀ ਵਧੀਆ ਤਰੀਕੇ ਦੇ ਨਾਲ ਆਉਂਦੀ ਹੁੰਦੀ ਆ ਤੇ ਇੱਕ ਹਿੰਦੀ ਬੋਲਦਾ ਹੁੰਦਾ, ਪਰ ਦੋਵੇਂ ਆਪਸ 'ਚ ਗੱਲਬਾਤ ਕਰਦੇ ਆ। ਠੀਕ ਆ। ਜਦੋਂ ਬੱਚੇ ਨੂੰ 6ਵੀਂ ਕਲਾਸ ਦਾ ਬੱਚਾ ਇਹ ਕਹਾਣੀ ਪੜ੍ਹਦਾ ਵਾ, ਦੋਵਾਂ ਦਾ ਧਰਮ ਅਲੱਗ ਆ, ਦੋਵੇਂ ਇੱਕ ਅਮੀਰ ਆ ਇੱਕ ਗਰੀਬ ਆ, ਭਾਸ਼ਾ ਵੀ ਦੋਵਾਂ ਦੀ ਅਲੱਗ ਆ, ਫਿਰ ਵੀ ਦੋਵਾਂ ਦੇ ਵਿੱਚ ਦੋਸਤੀ ਹੁੰਦੀ ਆ। ਠੀਕ ਆ। ਕਹਾਣੀ ਮੈਂ ਟੈਲੀਗ੍ਰਾਮ ਤੇ ਸੈਂਡ ਕਰੂੰਗੀ, ਬੁੱਕ ਤੋਂ ਫੋਟੋ ਖਿੱਚ ਕੇ ਤੁਸੀਂ ਪੜ੍ਹ ਲੈਣੀ ਕਿਉਂਕਿ ਆਪਾਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਨਾ। ਠੀਕ ਹੈ। ਤੁਸੀਂ ਯਾਦ ਰੱਖਣਾ ਕਿ ਪੋਇਲੀ ਸੇਨ ਗੁਪਤਾ ਦਾ ਲਾਈਟ ਚੇਂਜ ਦੇ ਵਿੱਚ ਇਹ ਕਹਾਣੀ ਜਿਹੜੀ ਆ ਲਈ ਗਈ ਆ। ਹੁਣ ਗੱਲ ਕੀ ਕਰਨੀ ਆ, ਵਿਭਿੰਨਤਾ ਦੀ ਸਮਝ। ਸਭ ਤੋਂ ਪਹਿਲਾਂ ਤਾਂ ਤੁਸੀਂ ਦੋ ਸ਼ਬਦਾਂ ਨੂੰ ਜਿਹੜਾ ਵਾ ਸਮਝਣਾ ਵਾ ਚੰਗੀ ਤਰ੍ਹਾਂ। ਇੱਕ ਹੈਗਾ ਵਾ ਵਿਭਿੰਨਤਾ ਤੇ ਅਸਮਾਨਤਾ। ਠੀਕ ਆ। ਜੇ ਤਾਂ ਆਪਣੀ ਕਲਾਸ ਲਾਈਵ ਚੱਲਦੀ ਹੁੰਦੀ ਮੈਂ ਤੁਹਾਨੂੰ ਪੁੱਛਦੀ ਕਿ ਇਹਨਾਂ ਦੋਵਾਂ ਸ਼ਬਦਾਂ ਦੇ ਵਿੱਚ ਕੀ ਕੋਈ ਫਰਕ ਹੈਗਾ, ਵਿਭਿੰਨਤਾ ਤੇ ਅਸਮਾਨਤਾ। ਵਿਭਿੰਨਤਾ ਤੇ ਅਸਮਾਨਤਾ। ਹਾਂਜੀ, ਇਹਨਾਂ ਦੋਵਾਂ ਸ਼ਬਦਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ। ਜਿਹੜਾ ਵਿਭਿੰਨਤਾ ਸ਼ਬਦ ਆ ਉਹ ਅਸੀਂ ਉਸ ਵਾਸਤੇ ਯੂਜ਼ ਕਰਦੇ ਆ ਧਰਮ ਦੇ ਆਧਾਰ ਤੇ ਵਿਭਿੰਨਤਾ, ਜਾਤੀ ਦੇ ਆਧਾਰ ਤੇ ਵਿਭਿੰਨਤਾ, ਕਿਸੇ ਭੂਗੋਲਿਕ ਖੇਤਰ ਦੇ ਆਧਾਰ ਤੇ ਵਿਭਿੰਨਤਾ, ਉਹਦੇ ਲਈ ਅਸੀਂ ਆਹ ਵਾਲਾ ਸ਼ਬਦ ਜਿਹੜਾ ਵਰਤਦੇ ਆ। ਪਰ ਜਿਹੜਾ ਅਸਮਾਨਤਾ ਸ਼ਬਦ ਆ ਇਹ ਸਿਰਫ ਅਸੀਂ ਗਰੀਬੀ ਲਈ ਜਾਂ ਅਮੀਰੀ ਲਈ ਯੂਜ਼ ਕਰਦੇ ਆ। ਗਰੀਬੀ ਲਈ ਤੇ ਅਮੀਰੀ ਲਈ ਯੂਜ਼ ਕਰਦੇ ਆ। ਗਰੀਬੀ ਅਮੀਰੀ ਵਾਸਤੇ ਜੇ ਕੋਈ ਧਰਮ ਜਾਤੀ ਆਦਿ ਦੇ ਆਧਾਰ ਤੇ ਵੱਖਰਾ ਵਾ ਤੇ ਉਹਦੇ ਲਈ ਅਸੀਂ ਅਸਮਾਨਤਾ ਸ਼ਬਦ ਨਹੀਂ ਯੂਜ਼ ਕਰ ਸਕਦੇ। ਅਸਮਾਨਤਾ ਸ਼ਬਦ ਅਸੀਂ ਜਿਹੜਾ ਵਾ ਸਿਰਫ ਅਮੀਰ ਜਾਂ ਗਰੀਬ ਹੋਣ ਦੇ, ਘੱਟ ਪੈਸੇ ਵਾਲਾ ਥੋੜੇ ਪੈਸੇ ਵਾਲਾ, ਠੀਕ ਆ, ਇਹਦੇ ਵਾਸਤੇ ਅਸੀਂ ਯੂਜ਼ ਕਰਦੇ ਆ। ਠੀਕ ਆ। ਹੁਣ ਆਪਾਂ ਪੜ੍ਹਦੇ ਆ। ਪਹਿਲਾਂ ਇਹਨਾਂ ਨੇ ਸਮੀਰ 1 ਤੇ ਸਮੀਰ 2 ਦੀ ਕਹਾਣੀ ਦਿੱਤੀ ਆ ਪਹਿਲੇ ਚੈਪਟਰ ਦੇ ਵਿੱਚ। ਠੀਕ ਆ। ਪਹਿਲਾਂ ਇਹਨਾਂ ਨੇ ਕਹਾਣੀ ਦਿੱਤੀ ਆ, ਫਿਰ ਇਹਨਾਂ ਨੇ ਕਿਹਾ ਵਾ, ਮਤਲਬ ਇਹਦੇ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਆ ਸਾਨੂੰ ਪਤਾ ਵੀ ਸਾਡਾ ਜਿਹੜਾ ਦੇਸ਼ ਆ, ਮਤਲਬ ਸਾਡੇ ਦੇਸ਼ ਦੇ ਵਿੱਚ ਬੜੀ ਅਨੇਕਤਾ ਪਾਈ ਜਾਂਦੀ ਧਰਮ ਦੇ ਆਧਾਰ ਤੇ। ਠੀਕ ਆ। ਇਸ ਬੁੱਕ ਦੇ ਵਿੱਚ PS ਟੈਟ ਵਾਲਿਓ ਕਿਹੜੇ ਪੁਆਇੰਟ ਤੁਸੀਂ ਯਾਦ ਰੱਖਣੇ ਆ, ਨੋਟ ਕਰਦੇ ਜਾਓ ਸਾਰੇ ਪੁਆਇੰਟ। ਪੁਆਇੰਟ ਨੰਬਰ 1, NCERT ਦਾ ਪਹਿਲਾ ਚੈਪਟਰ ਆਪਾਂ ਕਰਦੇ ਪਏ ਆ। ਠੀਕ ਆ। ਇਹਦੇ ਵਿੱਚ ਭਾਰਤ ਦੇ ਵਿੱਚ 8 ਤਰ੍ਹਾਂ ਦੇ ਧਰਮ ਦੱਸੇ ਇਹਨਾਂ ਨੇ ਕਿ ਭਾਰਤ ਵਿੱਚ 8 ਤਰ੍ਹਾਂ ਦੇ ਧਰਮ ਆ। ਫਿਰ ਇਹਨਾਂ ਨੇ ਦੂਜਾ ਪੁਆਇੰਟ ਦਿੱਤਾ ਵਾ ਕਿ 1600 ਭਾਸ਼ਾਵਾਂ। 1600 ਭਾਸ਼ਾਵਾਂ। ਠੀਕ ਆ। 1600 ਭਾਸ਼ਾਵਾਂ। 1 ਮਿੰਟ ਮੈਂ ਵੇਖ ਲੈਂਦੀ ਆ ਵੀ ਇਹ ਇਹਨਾਂ ਨੇ ਸਿਰਫ ਭਾਰਤ ਦੇ ਵਿੱਚ ਦਿੱਤੀਆਂ ਕਿ ਪੂਰੇ ਸੰਸਾਰ ਦੇ ਵਿੱਚ ਦਿੱਤੀਆਂ। ਠੀਕ ਆ। 1 ਮਿੰਟ। ਇੱਕੋ ਮਿੰਟ ਵੇਟ ਕਰਿਓ। ਹਾਂ, ਭਾਰਤ ਦੇ ਵਿੱਚ ਹੀ ਆ। ਠੀਕ ਹੈ। ਇਹ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ। ਠੀਕ ਹੈ। ਜਾਨੀ ਕਿ ਇੱਕ ਤੁਸੀਂ ਯਾਦ ਰੱਖਣਾ ਵਾ ਧਰਮ ਦੇ ਆਧਾਰ ਤੇ, ਭਾਸ਼ਾ ਦੇ ਆਧਾਰ ਤੇ, ਠੀਕ ਆ, ਜਾਤੀ ਦੇ ਆਧਾਰ ਤੇ ਭਿੰਨਤਾ ਹੈਗੀ ਆ। ਠੀਕ ਹੈ। ਇਹ ਤਾਂ ਸਮਾਜ ਦੀ ਗੱਲ ਹੋ ਗਈ। ਪਰ ਭੂਗੋਲਿਕ ਖੇਤਰ ਦੇ ਆਧਾਰ ਤੇ ਵੀ ਭਾਰਤ ਵਿੱਚ ਅਨੇਕਤਾ ਪਾਈ ਜਾਂਦੀ ਆ। ਉਹ ਕਿਵੇਂ? ਮੰਨ ਲਓ ਭਾਰਤ ਦੇ ਕਿੰਨੇ ਰਾਜ ਆ? 28 ਰਾਜ। 28 ਰਾਜ ਦੇ ਵਿੱਚੋਂ ਕਈ ਰਾਜ ਏਦਾਂ ਦੇ ਆ ਜਿੱਥੇ ਬਹੁਤ ਹੀ ਗਰਮੀ ਆ, ਜਿੱਥੇ ਬਹੁਤ ਹੀ ਸਰਦੀ ਆ। ਕਈ ਇਲਾਕੇ ਏਦਾਂ ਦੇ ਆ ਜਿੱਥੇ ਮੀਂਹ ਜਿਹੜਾ ਪੈਂਦਾ ਕਿਤੇ ਨਹੀਂ ਪੈਂਦਾ। ਠੀਕ ਹੈ। ਜਾਨੀ ਕਿ ਕਿੰਨੀ ਸਾਰੀ ਅਨੇਕਤਾ ਸਾਨੂੰ ਮਿਲਦੀ ਭਾਰਤ ਦੇ ਵਿੱਚ, ਚਾਹੇ ਉਹ ਧਰਮ ਦੇ ਆਧਾਰ ਤੇ ਹੋਵੇ, ਚਾਹੇ ਉਹ ਭਾਸ਼ਾ ਦੇ ਆਧਾਰ ਤੇ ਹੋਵੇ, ਚਾਹੇ ਉਹ ਜਾਤੀ ਦੇ ਆਧਾਰ ਤੇ ਹੋਵੇ, ਚਾਹੇ ਉਹ ਲਿੰਗ ਦੇ ਆਧਾਰ ਤੇ, ਜੈਂਡਰ ਦੇ ਆਧਾਰ ਤੇ ਹੋਵੇ, ਤੇ ਚਾਹੇ ਉਹ ਭੂਗੋਲਿਕ ਖੇਤਰ ਦੇ ਆਧਾਰ ਤੇ ਹੋਵੇ। ਇਹ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ। ਠੀਕ ਆ। ਅਗਲਾ ਪੁਆਇੰਟ PS ਟੈਟ ਵਾਲਿਓ, ਦੂਜਾ ਪੁਆਇੰਟ ਜਿਹੜਾ ਆਪਾਂ ਇਹਦੇ ਵਿੱਚੋਂ ਚੱਕਣਾ ਵਾ, ਦੂਜਾ ਪੁਆਇੰਟ ਇਹਦੇ ਵਿੱਚ ਹੈਗਾ ਵਾ
ਹਾਂ, ਇਹਦੇ ਵਿੱਚ ਇਹਨਾਂ ਨੇ ਦੋ ਭਾਰਤ ਦੇ ਦੋ ਜਗ੍ਹਾ ਦੇ ਨਾਮ ਇਹਨਾਂ ਨੇ ਲਏ ਆ, ਇੱਕ ਲਦਾਖ ਤੇ ਇੱਕ ਕੇਰਲ। ਯਾਨੀ ਕਿ ਬੱਚੇ ਨੂੰ ਇਹਨਾਂ ਨੇ ਭੂਗੋਲਿਕ ਖੇਤਰ ਦੇ ਆਧਾਰ ਤੇ ਜਿਹੜਾ ਵਖਰੇਵਾਂ ਭਾਰਤ ਦੇ ਵਿੱਚ ਪਾਇਆ ਜਾਂਦਾ ਵਾ ਉਸ ਚੀਜ਼ ਨੂੰ ਸਮਝਾਉਣ ਲਈ ਇਹਨਾਂ ਨੇ ਲਦਾਖ ਤੇ ਕੇਰਲ ਦੀ ਐਗਜ਼ਾਮਪਲ ਲਈ ਆ। ਜਿਹੜਾ ਲਦਾਖ ਆ ਇਹ ਇੱਕ ਰੇਗਿਸਤਾਨੀ ਇਲਾਕਾ ਵਾ, ਠੀਕ ਆ, ਯਾਦ ਪੁਆਇੰਟ ਨੋਟ ਕਰਦੇ ਜਾਇਓ, ਰੇਗਿਸਤਾਨੀ ਇਲਾਕਾ ਵਾ, ਠੀਕ ਹੈ, ਰੇਗਿਸਤਾਨੀ ਇਲਾਕਾ ਵਾ, ਠੀਕ ਹੈ। ਇੱਥੇ ਇਹਦਾ ਦੂਜਾ ਪੁਆਇੰਟ ਤੁਸੀਂ ਯਾਦ ਰੱਖਣਾ ਵਾ, ਮੈਂ ਤੁਹਾਨੂੰ ਹੁਣੇ ਦੱਸੂਗੀ ਵੀ ਕੁਐਸਚਨ ਕਿੱਦਾਂ ਆਉਣਾ, ਠੀਕ ਆ। ਇੱਥੇ ਜਿਹੜੀ ਆ ਬਾਰਿਸ਼ ਬਿਲਕੁਲ ਨਹੀਂ ਹੁੰਦੀ, ਠੀਕ ਆ, ਬਾਰਿਸ਼ ਜਿਹੜੀ ਆ ਉਹ ਇੱਥੇ ਬਿਲਕੁਲ ਹੀ ਨਹੀਂ ਹੁੰਦੀ। ਇਹਦਾ ਤੀਜਾ ਪੁਆਇੰਟ ਤੁਸੀਂ ਯਾਦ ਰੱਖਣਾ ਵਾ ਵੀ ਇੱਥੇ ਬਰਫ਼ ਬਹੁਤ ਜ਼ਿਆਦਾ ਆ, ਬਰਫ਼ ਬਹੁਤ ਜ਼ਿਆਦਾ ਪੈਂਦੀ ਆ ਇੱਥੇ, ਠੀਕ ਹੈ, ਬਹੁਤ ਜ਼ਿਆਦਾ ਬਰਫ਼ ਪੈਂਦੀ ਇੱਥੇ। ਤੇ ਚੌਥਾ ਪੁਆਇੰਟ ਤੁਸੀਂ ਇੱਥੇ ਯਾਦ ਰੱਖਣਾ ਵੀ ਇੱਥੇ ਬਿਲਕੁਲ ਵੀ ਖੇਤੀ ਨਹੀਂ ਹੁੰਦੀ, ਇੱਥੇ ਬਿਲਕੁਲ ਵੀ ਜਿਹੜੀ ਖੇਤੀ ਆ ਉਹ ਨਹੀਂ ਹੁੰਦੀ, ਠੀਕ ਆ। ਫਿਰ ਤੁਸੀਂ ਇਹਦਾ ਪੰਜਵਾਂ ਪੁਆਇੰਟ ਯਾਦ ਰੱਖਣਾ ਵਾ, ਅੱਛਾ, ਇੱਥੋਂ ਦੇ ਜਿਹੜੇ ਲੋਕ ਆ ਇੱਥੇ ਪਾਣੀ ਨਹੀਂ ਹੈਗਾ, ਪਾਣੀ ਲਈ ਕਿੱਥੇ ਡਿਪੈਂਡ ਆ, ਜਦੋਂ ਬਰਫ਼ ਪਿਘਲਦੀ ਆ ਗਰਮੀਆਂ ਦੇ ਵਿੱਚ, ਜਦੋਂ ਬਰਫ਼ ਪਿਘਲਦੀ ਗਰਮੀਆਂ ਦੇ ਵਿੱਚ ਤੇ ਪਾਣੀ ਲਈ ਬਰਫ਼ ਪਿਘਲਦੀ, ਹਨਾ। ਚਲੋ ਤੁਸੀਂ ਯਾਦ ਰੱਖ ਲਿਓ ਵੈਸੇ ਹੀ ਵੀ ਜਦੋਂ ਬਰਫ਼ ਪਿਘਲਦੀ ਗਰਮੀਆਂ ਦੇ ਵਿੱਚ ਤੇ ਉਹਦੇ ਤੋਂ ਹੀ ਇਹਨਾਂ ਦੇ ਪਾਣੀ ਦੇ ਸੋਰਸ ਬਣਦੇ ਆ, ਸੋ ਇਹ ਤੁਸੀਂ ਯਾਦ ਰੱਖਿਓ। ਤੇ ਦੂਜੀ ਸਾਈਡ ਜਦੋਂ ਆਪਾਂ ਗੱਲ ਕਰਦੇ ਆ, ਜਦੋਂ ਅਸੀਂ ਕੇਰਲ, ਪਹਿਲਾਂ ਤੁਸੀਂ ਲਦਾਖ ਬਾਰੇ ਸੁਣ ਲਓ। ਜਿਹੜੇ ਲਦਾਖ ਦੇ ਲੋਕ ਆ ਇਹਨਾਂ ਦਾ ਮੇਨ ਕਿੱਤਾ ਕੀ ਆ, ਇੱਥੇ ਇੱਕ ਬੱਕਰੀ ਪਾਲੀ ਜਾਂਦੀ ਆ ਪਸ਼ਮੀਨਾ ਨਾਮ ਦੀ, ਠੀਕ ਆ, ਪਸ਼ਮੀਨਾ ਨਾਮ ਦੀ ਇੱਥੇ ਇੱਕ ਬੱਕਰੀ ਪਾਲੀ ਜਾਂਦੀ ਆ, ਪਸ਼ਮੀਨਾ, ਠੀਕ ਆ। ਹੁਣੇ ਇੱਕ ਗਾਣਾ ਆਇਆ ਸੀ ਨਾ ਪਸ਼ਮੀਨਾ ਤੇ, ਠੀਕ ਆ, 1 ਮਿੰਟ ਹੋਲਡ ਰੱਖਿਓ। ਕੀ ਨਾਮ ਸੀ ਸਿੰਗਰ ਦਾ? ਜੌਲ, ਹਾਂ, ਪਸ਼ਮੀਨਾ ਗਾਣਾ ਆਇਆ ਸੀ, ਹਨਾ। ਹਸੀਨਾ ਦਾ ਸਿਲਕੀ ਵਾਲ ਤੇ ਜੈਡ ਬਲੈਕ ਸ਼ਾਲ ਪਸ਼ਮੀਨਾ ਦਾ, ਹਾਏ ਉਹਨੂੰ ਤਾਂ ਕੋਈ ਖਬਰਾਂ ਨਹੀਂ ਮੇਰੇ ਹਾਲ ਦੀਆਂ। ਇਹ ਬੱਕਰੀ ਜਿਹੜੀ ਪਸ਼ਮੀਨਾ ਦੀ ਕਿੱਥੇ ਪਾਈ ਜਾਂਦੀ ਆ? ਲਦਾਖ ਦੇ ਵਿੱਚ ਪਸ਼ਮੀਨਾ ਨਾਮ ਦੀ ਬੱਕਰੀ ਦੀ ਇੱਕ ਖਾਸ ਕਿਸਮ ਪਾਈ ਜਾਂਦੀ ਆ, ਇੱਕ ਖਾਸ ਕਿਸਮ ਪਾਈ ਜਾਂਦੀ ਆ। ਤੇ ਇਸੇ ਹੀ ਬੱਕਰੀ ਤੋਂ ਕੀ ਬਣਦੇ ਆ? ਪਸ਼ਮੀਨਾ ਦੇ ਸ਼ਾਲ ਬਣਦੇ ਆ। ਸਿਲਕੀ ਵਾਲ ਤੇ ਜੈਡ ਬਲੈਕ ਸ਼ਾਲ ਪਸ਼ਮੀਨਾ ਦਾ, ਇਹ ਉਹੀ ਸ਼ਾਲ, ਠੀਕ ਆ, ਪਸ਼ਮੀਨਾ ਦੇ ਵਿੱਚ ਪਾਇਆ ਜਾਂਦਾ। ਹੁਣ ਤੁਸੀਂ ਗਾਣੇ ਤੋਂ ਯਾਦ ਰੱਖ ਲਿਓ, ਤੁਹਾਨੂੰ ਭੁੱਲੂਗਾ ਨਹੀਂ, ਠੀਕ ਆ। ਉਸੇ ਹੀ ਜੇ ਆਪਾਂ ਦੂਜੇ ਸਾਈਡ ਗੱਲ ਕਰੀਏ ਤੇ ਕੇਰਲ ਦੇ ਵਿੱਚ ਬਾਰਿਸ਼ ਵੀ ਹੁੰਦੀ ਆ, ਠੀਕ ਆ, ਇੱਥੇ ਖੇਤੀ ਵੀ ਹੁੰਦੀ ਆ, ਠੀਕ ਆ, ਇੱਥੇ ਮੀਂਹ ਵੀ ਪੈਂਦਾ ਵਾ। ਤੇ ਪਸ਼ਮੀਨਾ ਨਾਮ ਦੀ ਬੱਕਰੀ ਦੀ ਇੱਕ ਖਾਸ ਕਿਸਮ ਪਾਈ ਜਾਂਦੀ ਆ, ਇੱਕ ਖਾਸ ਕਿਸਮ ਪਾਈ ਜਾਂਦੀ ਆ। ਤੇ ਇਸੇ ਹੀ ਬੱਕਰੀ ਤੋਂ ਕੀ ਬਣਦੇ ਆ? ਪਸ਼ਮੀਨਾ ਦੇ ਸ਼ਾਲ ਬਣਦੇ ਆ। ਸਿਲਕੀ ਵਾਲ ਤੇ ਜੈਡ ਬਲੈਕ ਸ਼ਾਲ ਪਸ਼ਮੀਨਾ ਦਾ, ਇਹ ਉਹੀ ਸ਼ਾਲ, ਠੀਕ ਆ, ਪਸ਼ਮੀਨਾ ਦੇ ਵਿੱਚ ਪਾਇਆ ਜਾਂਦਾ। ਹੁਣ ਤੁਸੀਂ ਗਾਣੇ ਤੋਂ ਯਾਦ ਰੱਖ ਲਿਓ, ਤੁਹਾਨੂੰ ਭੁੱਲੂਗਾ ਨਹੀਂ, ਠੀਕ ਆ। ਉਸੇ ਹੀ ਜੇ ਆਪਾਂ ਦੂਜੇ ਸਾਈਡ ਗੱਲ ਕਰੀਏ ਤੇ ਕੇਰਲ ਦੇ ਵਿੱਚ ਬਾਰਿਸ਼ ਵੀ ਹੁੰਦੀ ਆ, ਠੀਕ ਆ, ਇੱਥੇ ਖੇਤੀ ਵੀ ਹੁੰਦੀ ਆ, ਠੀਕ ਆ, ਇੱਥੇ ਮੀਂਹ ਵੀ ਪੈਂਦਾ ਵਾ। ਤੇ ਇੱਥੇ ਬਹੁਤ ਹੀ ਜ਼ਿਆਦਾ ਜਿਹੜੇ ਆ ਮਸਾਲੇ ਪੈਦਾ ਹੁੰਦੇ ਆ, ਇੱਥੇ ਬਹੁਤ ਹੀ ਜ਼ਿਆਦਾ ਮਸਾਲੇ ਪੈਦਾ ਕੀਤੇ ਜਾਂਦੇ ਆ। ਤੇ ਠੀਕ ਹੈ, ਇੱਥੇ ਚਾਵਲ ਵੀ ਬਹੁਤ ਜ਼ਿਆਦਾ ਹੁੰਦਾ ਵਾ, ਕੇਰਲ ਦੇ ਵਿੱਚ ਚਾਵਲ ਵੀ ਬਹੁਤ ਜ਼ਿਆਦਾ ਹੁੰਦਾ ਵਾ। ਜੇਕਰ ਆਪਾਂ ਗੱਲ ਕਰੀਏ ਕਿ ਕੇਰਲ ਦੇ ਵਿੱਚ ਆਪਾਂ ਇੱਕ ਵਾਰੀ ਪੜ੍ਹ ਲੈਂਦੇ ਹਾਂ, ठीक है। ਇੱਥੇ भी लद्दाख जम्मू और कश्मीर में एवं में पहाड़ियों में बसा एक रेगिस्तानी इलाका है। यहाँ पर बहुत ही कम खेती संभव है क्योंकि इस क्षेत्र में बारिश बिल्कुल नहीं होती और यह इलाका हर वर्ष काफी लंबे समय तक बर्फ से ढका रहता है। इस क्षेत्र में बहुत ही कम पेड़ उग पाते हैं। पीने के लिए, पानी के लिए लोग गर्मी के महीनों में पिघलने वाली बर्फ पर निर्भर रहते हैं। यहाँ के लोग एक खास किस्म की बकरी पालते हैं जिससे पश्मीना ऊन मिलता है। यह ऊन कीमती है, इसलिए पश्मीना शॉल बड़ी महंगी होती है। इसे करके कुड़ियां पश्मीना दे शॉल ते मरदियां हैं। लद्दाख के लोग बड़ी सावधानी से इस ऊन को इकट्ठा करके कश्मीर के व्यापारियों को बेच देते हैं। मुख्य कश्मीर में ही पश्मीना शॉलें बुनी जाती है। यहाँ के लोग दूध के बने पदार्थ जैसे मक्खन, चीज, खास तरह का शेना एवं मांस खाते हैं। हर एक परिवार के पास कुछ गायें, बकरियां और याक होती है। रेगिस्तान होने का यह मतलब नहीं कि व्यापारी यहाँ आने के लिए आकर्षित नहीं हुए। लद्दाख तो व्यापार के लिए एक अच्छा रास्ता माना गया क्योंकि यहाँ कई घाटियों में जिनसे गुजर कर
गुजर कर मध्य एशिया में काफिले उस इलाके में पहुंचते थे जिसे आज तिब्बत कहते हैं। यह काफिले अपने साथ मसाले, कच्चा रेशम, दरिया आदि लेकर चलते थे। लद्दाख के रास्ते ही बौद्ध धर्म तिब्बत पहुंचा। हाँ जी, नोट करियो ये पॉइंट, ठीक है। कहते भी जे लद्दाख बर्फीला इलाका सी पर ਇਹ ਨਹੀਂ ਵੀ ਜਿਹੜੇ ਵਪਾਰੀ ਸੀ ਉਹ ਆਕਰਸ਼ਿਤ ਨਹੀਂ ਹੋਏ ਇੱਥੇ ਆਉਣ ਲਈ, ਕਹਿੰਦੇ ਹੋਏ ਸੀ ਕਹਿੰਦੇ ਵੀ ਜਿਹੜਾ ਬੁੱਧ ਧਰਮ ਆ ਉਹ ਲਦਾਖ ਦੇ ਜਰੀਏ ਹੀ ਲਦਾਖ ਤੋਂ ਕਿੱਧਰ ਪਹੁੰਚਾ, ਲਦਾਖ ਤੋਂ ਪਹੁੰਚਿਆ ਤਿੱਬਤ, ਠੀਕ ਹੈ, ਤੇ ਤਿੱਬਤ ਤੋਂ ਪਹੁੰਚਿਆ ਚੀਨ। ਤੇ ਜੇ ਪੁੱਛਿਆ ਜਾਵੇ ਵੀ ਬੁੱਧ ਧਰਮ ਚੀਨ ਕਿਹੜੇ ਰਸਤੇ ਪਹੁੰਚਿਆ, ਲਦਾਖ ਤੋਂ ਤਿੱਬਤ ਤੇ ਤਿੱਬਤ ਤੋਂ ਚੀਨ ਹੈ। ਤੁਸੀਂ पॉइंट याद रखियो, ठीक है। करीब 400 साल पहले यहाँ पर लोगों का इस्लाम धर्म से परिचय हुआ और अब यहाँ अच्छी खासी संख्या में मुसलमान रहते हैं। लद्दाख च ज्यादा की रहंदे ने, मुसलमान रहंदे ने। लद्दाख में गानों और कविताओं का बहुत ही समृद्ध मौखिक संग्रह है। तिब्बत का ग्रंथ केसर सागा लद्दाख में काफी प्रचलित है। मोस्ट पॉइंट, ठीक है। केसर सागा, केसर, एक मिनट में पढ़ देना, केसर सागा ही है ना, किथे गया, हाँ, केसर सागा, ठीक है। केसर सागा कित्थों दा ग्रंथ है, तिब्बत दा, ठीक है। एक मिनट, केसर सागा, हाँ, केसर सागा कित्थों दा वा, तिब्बत दा ग्रंथ आ, ते फेमस कित्थे आ, लद्दाख दे विच। ये पॉइंट नोट करते जाओ PS टेट वालिओ, ठीक है। तिब्बत ग्रंथ केसर सागा लद्दाख में काफी प्रचलित है। उसके स्थानीय रूप को मुसलमान और बौद्ध दोनों ही लोग गाते हैं और उस पर नाटक खेलते हैं, ठीक है। ये हो गया लद्दाख के बारे, याद रहूगा, ठीक है। उस तो बाद आ जाओ केरल ते, ठीक है। हुण आपां वेखना भी केरल इहदे विचों किवें भेजने आ, ठीक है। केरल भारत के दक्षिणी पश्चिमी कोने में बसा हुआ राज्य है। यह एक तरफ समुद्र से घिरा हुआ है और दूसरी तरफ पहाड़ियों से। इन पहाड़ियों पर विविध प्रकार के मसाले जैसे काली मिर्च, लौंग, इलायची आदि उगाए जाते हैं। एक साइड ते आपां लद्दाख दे विच की पढ़िया भी लद्दाख जिहड़ा बर्फीला इलाका वा, रेगिस्तानी इलाका वा, उत्थे सिर्फ ते सिर्फ उत्थों जिहड़े लोग आ ज्यादातर है ना, वो मतलब कि एक खास किस्म की बकरी पालते, पशमीना, जिहदे तो पशमीना ऊन तैयार की जाती है। पर उधर ही साइड ते केरल जिहड़ा वा लद्दाख नालों बिल्कुल अलग आ, ठीक है, क्योंकि आपां भूगोलिक खेत्र के आधार ते विभिन्नता पढ़ रहे हैं। उत्थे ही केरल दे विच जिहड़ा वा बहुत ही ज्यादा मसाले जिहड़े उगदे आ, जिवें काली मिर्च हो गया, होर ऐदां दे मसाले, लौंग, इलायची, इवें दे मसाले जिहड़े उत्थे बहुत ही ज्यादा उगदे आ। सबसे पहले अरबी एवं यहूदी व्यापारी केरल आए। आपां अज तक वास्को डी गामा ही पढ़ी जाने आ, पर सानू ਇਹਦੇ ਵਿੱਚੋਂ NCERT ਦੇ ਵਿੱਚੋਂ ਕੀ ਪਤਾ ਲੱਗਾ ਵੀ केरल ਦੇ ਵਿੱਚ ਸਭ ਤੋਂ ਪਹਿਲਾਂ ਕੌਣ ਆਏ। केरल ਦੇ ਵਿੱਚ ਸਭ ਤੋਂ ਪਹਿਲਾਂ ਜੇ ਕੋਈ ਆਇਆ ਤੇ ਸਭ ਤੋਂ ਪਹਿਲਾਂ ਆਏ ਸੀ ਅਰਬੀ। ਸਭ ਤੋਂ ਪਹਿਲਾਂ ਅਰਬੀ ਆਏ ਤੇ ਦੂਜੇ ਨੰਬਰ ਤੇ ਯਹੂਦੀ ਆਏ। ਤੇ ਤੁਸੀਂ ਅੱਜ ਤੱਕ ਵਾਸਕੋ ਡੀ ਗਾਮਾ ਹੀ ਪੜ੍ਹੀ ਜਾਂਦੇ ਹੋ, ठीक है। फिर ये कहते ऐसा माना जाता है कि ईसा मसीह के धर्मदूत संत थॉमस लगभग 2000 साल पहले यहाँ आए। PS टेट वालियां लई बहुत ही ज्यादा इंपॉर्टेंट पॉइंट, ईसाई धर्म, जिहड़ा ईसाई धर्म सी ना, ईसाई धर्म एदा दूत, ईसाई धर्म दा दूत सीगा। की नाम इन्हां ने इत्थे लिखिया वा, संत थॉमस, ठीक है। दूत दा नाम की आ, संत थॉमस। वो कित्थे आया सी, संत थॉमस जिहड़ा सी वो कित्थे आया, केरल दे विच आया, ठीक है। ईसाई धर्म दा दूत सी संत थॉमस, वो केरल दे विच आया, ठीक है। यानी कि संत थॉमस जिहड़ा वा ओ ईसाई धर्म भारत विच लियाउण लई जिहड़े बंदे दा सेहरा जिहड़े बंदे नूं जांदा वा वो संत थॉमस नूं जांदा। नाम याद रखियो, ठीक है। फिर ये कहंदे आ कि इब्न बतूता ने जो करीब 700 साल पहले यहाँ आए, अपने यात्रा वृतांत में मुसलमानों के जीवन का विवरण देते हुए लिखा है कि मुसलमान समुदाय की बड़ी इज्जत थी। याद रखियो, ठीक है। 700 साल पहला, 700 साल पहला केड़ा इतिहासकार आया, इब्न बतूता है ना। इब्न बतूता आया, इन्हें की किया, ਇਹਦੇ ਬੋਲਿਆ
ਕਿ ਇੱਥੇ ਮੁਸਲਮਾਨ ਜਿਹੜੀ ਕੈਟਾਗਰੀ ਦੇ ਲੋਕ ਸੀ ਉਹਨਾਂ ਦੀ ਕਾਫੀ ਇੱਜ਼ਤ ਸੀ। ਇਹ ਕਿਹਨੇ ਕਿਹਾ? ਇਹ इब्न बतूता ने किया। ठीक है। फिर कहते वास्को डी गामा पानी के जहाज से यहाँ पहुंचे तो पुर्तगालियों ने यूरोप से भारत तक समुद्री रास्ता जाना। ये तो पता ही है। ठीक है। इस सभी ऐतिहासिक प्रभावों के कारण केरल के लोग विभिन्न धर्मों का पालन करते हैं, जिनसे यहूदी, इस्लाम, ईसाई, हिंदू एवं बौद्ध धर्म शामिल हैं। ठीक है। केरल ਦੇ ਲੋਕ ਜਿਹੜੇ ਕਿਹੜੇ-ਕਿਹੜੇ ਧਰਮ ਦਾ ਪਾਲਣ ਕਰਦੇ ਆ, ਇਹ ਵੀ ਤੁਸੀਂ ਯਾਦ ਰੱਖ ਲਓ। ਠੀਕ ਆ। ਕੇਰਲ ਦੇ ਲੋਕ ਜਿਹੜੇ ਆ ਕਿਹੜੇ-ਕਿਹੜੇ ਧਰਮ ਦਾ ਪਾਲਣ ਕਰਦੇ ਆ। ਠੀਕ ਆ। ਕੇਰਲ ਬਾਰੇ, ਕੇਰਲ ਦੇ ਲੋਕ ਕਿਹੜੇ-ਕਿਹੜੇ ਧਰਮ ਦਾ ਪਾਲਣ ਕਰਦੇ ਆ, ਲਿਖਦੇ ਜਾਓ ਧਰਮ। ਠੀਕ ਆ। ਪਹਿਲਾ ਹੈਗਾ ਵਾ ਕਿੱਥੇ ਗਿਆ? ਯਹੂਦੀ। ਠੀਕ ਆ। ਯਹੂਦੀ। ਤੇ ਦੂਜਾ ਹੈਗਾ ਵਾ ਇਸਲਾਮ। ਠੀਕ ਆ। ਇਸਲਾਮ। ਤੇ ਤੀਜਾ ਹੈਗਾ ਵਾ ईसाई। ठीक है। ते चौथा हैगा आ हिंदू ते पंजवां हैगा वा बौद्ध धर्म। ठीक है। मैं थोड़ा फास्ट चल रही हाँ ताकि आपां जल्दी तो जल्दी NCERT जिहड़ी अपनी कवर हो जे ते इह ना होवे अपना पेपर रह जे, क्योंकि आपां 9 किताबां NCERT दियां ते आपां सारियां ही पढ़नियां। चीन के व्यापारी भी केरल आए। ठीक है। ये भी पॉइंट तुसीं याद रखना। सब तो पहला अरबी आए, फिर यहूदी आए, ते तीजे नंबर ते कौन आए? चीन के व्यापारी आए। क्योंकि चीन किहड़े रस्ते आए होणगे? चीन तो तिब्बत ते तिब्बत तो लद्दाख ते लद्दाख तो केरल। ठीक है। यहाँ पर मछली पकड़ने के लिए जो जाल इस्तेमाल किए जाते हैं वह चीनी जालों में हूबहू मिलते हैं। यानी कि केरल की एक समुद्री इलाका ना, इत्थों के लोगों की जिहड़ी ज्यादातर आजीविका वा वो मछली मतलब कि मच्छियां फड़ के उन्होंने वेचते, मच्छियां का व्यापार करते आ। ठीक है। इन्होंने कहा भी मच्छियां फड़न वास्ते जिहड़े जाल का इस्तेमाल करते केरल के लोग, वो जाल जिहड़े आ ज्यादातर चीन के जालों नाल ज्यादातर मिलते जुलते आ। ठीक है। और उन्हें चीना वाला कहा जाता है। पॉइंट नोट करियो। ठीक है। केरल दे विच जिहड़े जाल मच्छियां नूं फड़न वास्ते यूज कीते जांदे आ, उन्हां नूं चीना वाला किया जांदा वा। चीना वाला इदां दे पॉइंट सानू लुक छिप के जिथे बुक दे विच लुक छिपे पॉइंट पए हुंदे ना, वो सानू चक के पेपर दे विच पाउंदे आ। ठीक है। चीना वाला की सी याद रखियो, ये केरल दे विच एक तरह दा जाल है जिहदे नाल मच्छियां फड़दे आ, ते चीना तो ही फिर इतिहासकारां ने की अंदाजा लाया भी एदी चीना वाला जिहड़ा जाल सी ये चीन दे जाल दे नाल बिल्कुल ही मिलदा जुलदा सी। ठीक है। ते इसे करके इन्होंने कहा भी हो सकदा ये जाल जिहड़ा वा उन्होंने चीन तो मंगवाया होवे। ठीक है। तलने के लिए लोग जो बर्तन इस्तेमाल करते थे उसे चीना चट्टी कहते थे। ठीक है। ये भी पॉइंट तुसीं याद रखना। किसी चीज नूं तलना होवे, जिद्दां आपां कोई चीज तलदे आ कड़ाई दे विच। ठीक है। तलन वास्ते ਜਿਹੜੇ ਭਾਂਡੇ ਦਾ ਇਹ ਕੋਈ ਵਰਤੋਂ ਕਰਦੇ ਸੀ केरल वाले, ਉਹਨੂੰ चीना चट्टी कहते सी। चीना चट्टी। ठीक है। हो सकता ये भी इन्होंने ਇਹਦਾ भी कोई चीन दे नाल ताल्लुक होवे। ठीक है। हो सकता ਇਹਦਾ भी कोई चीन दे नाल ताल्लुक होवे। PS टैट वालिओ ये जानकारी तुहाडे लई बहुत ही ज्यादा जरूरी आ। ठीक है। इसमें चीन शब्द इस बात की ओर इशारा करता है कि उसकी उत्पत्ति कहाँ हुई होगी। केरल की उपजाऊ जमीन और जलवायु चावल की खेती के लिए बहुत ही उपयुक्त है। वहां के अधिकतर लोग मछली, सब्जी और चावल खाते हैं। ये पॉइंट तुसी नोट करते जाओ। ठीक है। जहां केरल और लद्दाख की भौगोलिक स्थितियां एक दूसरे से बिल्कुल अलग हैं, वहीं हम यह भी देखते हैं कि दोनों क्षेत्र के इतिहास में एक ही प्रकार के सांस्कृतिक प्रभाव हैं। दोनों ही क्षेत्रों को चीन और अरब से आने वाले व्यापारियों ने प्रभावित किया। यानी कि भूगोलिक क्षेत्र के आधार से भावें केरल ते लद्दाख अलग अलग ही, ਉੱਥੇ बर्फ ज्यादा पैंदी सी पर ਉੱਥੇ ਮੀਂਹ ਪੈਂਦਾ ਸੀ ਹਨਾ, ਉੱਥੇ खेती ਹੁੰਦੀ ਸੀ ਉੱਥੇ बिल्कुल नहीं सी ਹੁੰਦੀ, पर कहते फिर भी दोनों इलाकों ਦੇ ਵਿੱਚ व्यापारी आए। जहां केरल की भौगोलिक स्थिति ने मसालों की खेती संभव बनाई, वहीं लद्दाख की विशेष भौगोलिक स्थिति के ऊन ने व्यापारियों को अपनी ओर खींचा। इस तरह पता चलता है कि किसी भी क्षेत्र के संस्कृत जीवन का उसके इतिहास और भूगोल पे प्राय गहरा रिश्ता बनता वा। जेकर भूगोलिक खेतर के आधार से नहीं, इतिहास के आधार से भी जिहड़ा वा खेतरां दा असर जिहड़ा वा पैंदा वा। विविध संस्कृति का प्रभाव केवल बीते हुए कल की बातें नहीं, हमारे वर्तमान जीवन का आधार भी काम के लिए यह जगह दूसरी जगह जाना है।
हर एक कदम के साथ हमारे सांस्कृतिक रीति रिवाज और जीने का तरीका धीरे धीरे उस नए क्षेत्र का हिस्सा बन जाते हैं। चलो आप इंपॉर्टेंट पॉइंट ते जाने हैं। हाँ, मोस्ट इंपॉर्टेंट है। अगला जो पॉइंट आ रहा, क्योंकि आप पॉइंट कादे लई आप एनसीईआरटी कादे लई पढ़ रहे हैं, आप सिर्फ ते सिर्फ पीएस टेट लई पढ़ रहे हैं। अगला पॉइंट नोट करियो, जो अगला पॉइंट आ कहंदे आ जवाहर लाल नेहरू ने एक चीज कही, ठीक है, जवाहर लाल नेहरू इन्हें की क्या, ठीक है, मैं पॉइंट बोलदी हाँ, सुन लियो, ठीक है। जवाहर लाल नेहरू ने अपनी किताब भारत की खोज, यानी कि जवाहर लाल नेहरू की एक बुक सी, और बुक का नाम की सी, भारत की खोज, ठीक है। भारत की खोज किताब की आ, जवाहर लाल नेहरू की। ਇਹਦੇ ਵਿੱਚ ਇਹਨੇ लिखा भारतीय एकता कोई बाहर से थोपी हुई चीज नहीं है, बल्कि यह बहुत ही गहरी है, जिसके अंदर अलग अलग तरह के विश्वास और प्रथाओं को स्वीकार करने की भावना है। इससे विविधता को पहचाना और प्रोत्साहन किया जाता है। यह नेहरू ही थे जिन्होंने भारत की विविधता का वर्णन करते हुए अनेकता में एकता का विचार दिया, ठीक है। आ पॉइंट तुसीं याद रखना, अनेकता विच एकता, अनेकता विच एकता दा विचार किने दिता बई, जवाहर लाल नेहरू ने, ठीक है। ये पॉइंट इदां दे पॉइंट आपां कढने आ, ठीक है। इहदे विचों बस अपना जिहड़ा चैप्टर आ ओ हो गया फिनिश, यानी कि आपां मान के चलिए आपां पहले चैप्टर दे विचों अपने 7 ਤੋਂ 8 पॉइंट आपां कढे आ। ये बहुत ही ज्यादा अपने लिए जरूरी सी। हाँ जी, एक क्वेश्चन मैं तुहाडे लई लैके आई हाँ। ये जिहड़ा क्वेश्चन आ, ये क्वेश्चन जिहड़ा वा 7 जुलाई 2019, ठीक है, 7 जुलाई 2019 सीटेट दे पेपर विच एसएसटी पोर्शन दे विच ये क्वेश्चन जिहड़ा पुछया गया सी। क्वेश्चन हैगा वा भिन्नता दे संदर्भ विच किहड़ा सही है, जिस विच संस्कृति अते सत्ता दे आधार ते भिन्नता होवे, जिथे भाषा धर्म अते संस्कृति विच समानता होवे, जिथे भाषा संस्कृति धर्म विच समानता ते विभिन्नता पाईयां जांदियां होण। डी ऑप्शन ओ समाज जिथे भाषा संस्कृति धर्म विच असमानतावां पाईयां जांदियां होण। ਇਹਦਾ आंसर तुसी मैनू करना वा कमेंट सैक्शन दे विच, ठीक है। इस क्वेश्चन का आंसर तुसी मैनू देना वा कमेंट सैक्शन दे विच। जे तुसी टैलीग्राम दे विच जिहड़ी मैं आ वाली क्लास जो मैं टैलीग्राम ते सेंड कीती, मान लो होगी, नीचे आ रहा हुंदा ना लीव कमेंट, इस तरह ऑप्शन आ रही हुंदी है लीव कमेंट, उत्थे भी तुसी मैनू इस क्वेश्चन का आंसर करना वा। एक क्वेश्चन होर, अगला क्वेश्चन भी नोट कर लो, दोवां क्वेश्चन का आंसर तुसी मैनू ने देना है। अगला क्वेश्चन एदा भी आंसर जिहड़ा वा तुसी मैनू कमेंट सैक्शन दे विच करना वा। लद्दाख दे संबंध विच किहड़ा सही है। लद्दाख जम्मू कश्मीर दे पूर्वी हिस्से विच पहाड़ियां ते वसिया एक रेगिस्तानी इलाका है। ऑप्शन नंबर बी, इत्थों दे लोग खास किस्म दी बकरी पालदे हन जिस तो पशमीना उन प्राप्त हुंदी है। ऑप्शन ए, सिर्फ ए ऑप्शन सही आ, जां कल्ली बी ऑप्शन सही आ, ठीक है, जां कल्ली बी ऑप्शन सही आ, ते जां ए बी दोनों ही ऑप्शन सही है, जां इन्हां विचों कोई भी ऑप्शन सही नहीं है। ए MCQ मैं दिते तुहानू 2, यानी कि तुहाडा होमवर्क आ। इहदा आंसर तुसी मैनू कमेंट सैक्शन दे विच करना वा, ठीक है। ते आपां तुसी मैनू कमेंट करके भी दसना भी ये क्लास तुहानू किवें लगी। चैप्टर आपां रीड जिहड़े आ, जिहड़ा पॉइंट अपने लिए जरूरी आ, ठीक है, वो आपां ने इन्हां दोवां किताबां दे विचों पढ़ने आ, ठीक है। इहदा जिहड़ा आपां अगला पार्ट लैके आवांगे उहदे विच आपां ये बुक जिहड़ी आ इहदी पंजाब बोर्ड दी पोलीटिकल भी थोड़ी जी पढ़ांगे ते आपां वेखांगे भी इन्हां दोवां दे विच फर्क की हैगा वा, ठीक है। फिलहाल अज लई इन्ना ही। तुसी मैनू कमेंट करके दसना भी ये नवीं गल्लां जिहड़ियां वा NCERT दे विचों पढ़ के तुहानू किवें लगियां ते तुसी वाकई इंटरस्टिंग हैगे हो NCERT पोलीटिकल पढ़न वास्ते, क्योंकि सानू इहो जिहियां प्रजातियां पुछ लईयां जांदियां। एक वारी ना किसी पेपर दे विच सानू भेड़ दी प्रजाति पुछी सी, पता नहीं किहड़े पेपर दे विच पुछी सी। सो इस तरह दीयां गल्लां जिहड़ियां सानू पुछीआं जांदियां साडे पेपर दे विच, ते इहो जिहियां चीज़ां सानू NCERT दे पोर्शन दे विचों मिलदियां वा। सो जुड़े रहो मेरे चैनल दे नाल ते आपां मिलदे हां अगली वीडियो दे विच। सत श्री अकाल सारिआं नूं।